जिंदाबाद जिंदाबाद जिंदाबाद। ठेकेदारी सिस्टम खत्म करो, खत्म करो। ठेकेदारी सिस्टम खत्म करो, खत्म करो। इंकलाब जिंदाबाद जिंदाबाद जिंदाबाद। इंकलाब जिंदाबाद जिंदाबाद जिंदाबाद। ਵੈਲਕਮ ਟੂ ਖੰਨਾ ਨਿਊਜ਼ ਲੈਬ। ਅੱਜ ਅਸੀਂ ਖੜੇ ਹਾਂ ਖੰਨਾ ਦੀ ਅਨਾਜ ਮੰਡੀ ਦੇ ਵਿੱਚ, ਜਿਹੜੀ ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਆ। ਇੱਥੇ ਜਿਹੜੇ ਝੋਨੇ ਦੇ ਤੇ ਕਣਕ ਦੇ ਸੀਜ਼ਨ ਦੇ ਟਾਈਮ ਲੋਡਿੰਗ ਅਨਲੋਡਿੰਗ ਦਾ ਕੰਮ ਕਰਦੀਆਂ ਨੇ ਮਜ਼ਦੂਰ ਜਥੇਬੰਦੀਆਂ। ਵੱਖ-ਵੱਖ ਉਹਨਾਂ ਦੇ ਵੱਖ-ਵੱਖ ਲੀਡਰ ਬੈਠੇ ਨੇ। ਅੱਜ ਇਹਨਾਂ ਨੇ ਪੰਜਾਬ ਦੀਆਂ 7 ਜਥੇਬੰਦੀਆਂ ਦੇ ਸੱਦੇ ਦੇ ਉੱਪਰ ਮੁੱਖ ਮੰਤਰੀ ਪੰਜਾਬ ਨੂੰ ਮੰਗ ਪੱਤਰ ਵੀ ਦਿੱਤਾ। ਪਿਛਲੇ ਲੰਮੇ ਸਮੇਂ ਤੋਂ 4-5 ਮਹੀਨੇ ਤੋਂ ਇਹ ਆਪਣੀਆਂ ਮੰਗਾਂ ਦੇ ਲਈ ਸਰਕਾਰ ਨਾਲ ਰਾਬਤੇ 'ਚ ਵੀ ਨੇ ਤੇ ਮੰਗਾਂ ਦੇ ਸੰਘਰਸ਼ ਵੀ ਕਰ ਰਹੇ ਨੇ। ਆਓ ਗੱਲ ਕਰਦੇ ਹਾਂ ਅੱਜ ਇਹਨਾਂ ਨੂੰ ਕਾਲ ਮੁਕੰਮਲ ਹੜਤਾਲ ਕਿਉਂ ਕਰਨੀ ਪਈ, ਕੀ ਕਾਰਨ ਹੈ ਤੇ ਪਿਛਲਾ ਕਿਹੜੀਆਂ ਗੱਲਾਂ ਕਰਕੇ ਜਿਹੜੇ ਮਜ਼ਦੂਰ ਸੰਘਰਸ਼ ਲਈ ਰਾਹ ਤੁਰੇ ਨੇ। ਪ੍ਰਧਾਨ ਜੀ ਅਵਤਾਰ ਸਿੰਘ ਜੀ, ਕਮਲੂ ਪਾਸਵਾਨ ਜੀ, ਮੁਨਸ਼ੀ ਜੀ, ਹੋਰ ਸਿੰਘ ਜੀ ਪਹੁੰਚੇ ਹੋਏ ਨੇ। ਅਵਤਾਰ ਸਿੰਘ ਜੀ, ਕੀ ਮਸਲਾ ਅੱਜ ਤੁਹਾਨੂੰ ਜਿਹੜਾ ਸੰਘਰਸ਼ ਕਰਨਾ ਪਿਆ ਇੱਥੇ? ਸਾਡਾ ਸਰ ਜੀ ਮਸਲਾ ਇਹ ਆ, ਪਿਛਲੀ ਸਰਕਾਰ ਨੇ, ਕਾਂਗਰਸ ਦੀ ਸਰਕਾਰ ਨੇ, ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਐਲਾਨ ਕਰਤਾ ਸੀ ਜਾਂਦੇ ਹੋਏ ਵੀ ਪੰਜਾਬ ਦੇ ਵਿੱਚੋਂ ਜਿਹੜੇ ਪੱਲੇਦਾਰੀ ਠੇਕੇਦਾਰ ਲੁੱਟ ਕਰਦੇ ਸੀਗੇ ਉਹ ਠੇਕੇਦਾਰੀ ਸਿਸਟਮ ਖਤਮ ਕਰ ਗਏ ਸੀਗੇ। ਪਰ ਜਾਂਦੇ ਜਾਂਦੇ ਉਹ ਐਲਾਨ ਕਰ ਗਏ, ਪਰ ਉਹ ਐਲਾਨ ਅਧੂਰਾ ਰਹਿ ਗਿਆ। ਉਸ ਤੋਂ ਬਾਅਦ ਇਹ ਜਿਹੜੀ ਭਗਵੰਤ ਮਾਨ ਦੀ ਸਰਕਾਰ ਆਈ ਆ, ਇਹਨਾਂ ਨੇ ਸਾਡੇ ਨਾਲ ਲਗਾਤਾਰ ਵੋਟਾਂ ਤੋਂ ਪਹਿਲਾਂ ਵੀ ਵਾਅਦਾ ਸਾਡੇ ਨਾਲ ਕਰਿਆ ਯੂਨੀਅਨ ਨਾਲ ਵੀ ਅਸੀਂ ਤੁਹਾਡੀਆਂ ਜਿਹੜੀਆਂ ਮੰਗਾਂ ਨੇ ਹੂਬਹੂ ਲਾਗੂ ਕਰਾਂਗੇ, ਜਿਹੜੀਆਂ ਤੁਸੀਂ ਕਹਿੰਦੇ ਹੋ ਸਾਨੂੰ ਲਿਖਤ ਰੂਪ ਦੇਵੋਗੇ। ਉਹ ਜਿਹੜੀਆਂ ਮੰਗਾਂ ਲਗਾਤਾਰ ਸਾਡੀਆਂ ਮੀਟਿੰਗਾਂ ਪੰਜਾਬ ਸਰਕਾਰ ਨਾਲ ਚੱਲਦੀਆਂ ਰਹੀਆਂ। ਅਨਾਜ ਭਵਨ ਚੰਡੀਗੜ੍ਹ ਤੇ ਪੰਜਾਬ ਸਰਕਾਰ ਨੇ ਹਰਪਾਲ ਸਿੰਘ ਚੀਮਾ ਜੋ ਵਿੱਤ ਮੰਤਰੀ ਆ, ਉਹਨੇ 9 ਤਰੀਕ ਨੂੰ ਐਲਾਨ ਕਰਤਾ ਵੀ ਸਾਰੇ ਪੰਜਾਬ ਦੇ ਵਿੱਚ ਠੇਕੇਦਾਰੀ ਸਿਸਟਮ ਹੁਣ ਅਸੀਂ ਖਤਮ ਕਰਤਾ, ਕੋਈ ਟੈਂਡਰ ਨਹੀਂ ਪਊਗਾ, ਸਿੱਧਾ ਮਜ਼ਦੂਰਾਂ ਨੂੰ ਕੰਮ ਦਿੱਤਾ ਜਾਊਗਾ। ਸੋ ਉਹ ਹੁਣ ਜਿਹੜਾ ਐਲਾਨ ਕੀਤਾ ਸੀਗਾ, ਸਾਡੇ ਕੋਲ ਪੂਰਾ ਅਖਬਾਰਾਂ ਦੀਆਂ ਸੁਰਖੀਆਂ ਨੇ, ਰਿਪੋਰਟ ਪੂਰੀ ਸਾਡੇ ਕੋਲ ਤੁਹਾਨੂੰ ਦੇ ਵੀ ਸਕਦੇ ਹਾਂ। ਉਹ ਹੁਣ ਮੁੱਕਰ ਗਏ ਨੇ। ਉਹਨਾਂ ਨੇ ਹੂਬਹੂ ਉਹੀ ਜਿਹੜਾ ਲੁੱਟ ਖਸੁੱਟ ਸੀਗੀ ਉਹੀ ਮਤਲਬ ਉਹਨਾਂ ਨੇ ਦੁਬਾਰਾ ਫਿਰ ਲਾਗੂ ਕਰਤੀ। ਉਹ ਲੁੱਟ ਖਸੁੱਟ ਕਿਹੜੀ ਆ? 4.5 ਰੁਪਏ ਰੇਟ ਆ ਜਿਹੜਾ ਸੈਂਟਰ ਤੋਂ 5 ਰੁਪਏ ਰੇਟ ਆਉਂਦਾ ਮਜ਼ਦੂਰਾਂ ਦਾ। ਉਹ ਮਜ਼ਦੂਰਾਂ ਦਾ ਜਿਹੜਾ ਰੇਟ ਆ ਠੇਕੇਦਾਰ ਨੇ ਦਿੰਦੇ ਕਿ ਨੇ 1.5 ਰੁਪਏ 2 ਰੁਪਏ। ਸਾਡੀਆਂ ਜਥੇਬੰਦੀਆਂ ਨੇ ਇਹ ਮੰਗ ਰੱਖੀ ਵੀ ਸਾਨੂੰ ਤੁਸੀਂ 20 ਪੈਸੇ 50 ਪੈਸੇ ਘੱਟ ਦੇ ਦਿਓ, ਪਰ ਸਿੱਧਾ ਕੰਮ ਦੇ ਦਿਓ। ਉਹ ਮੰਗ ਸਾਡੀ ਮੰਨੀ ਗਈ ਸੀਗੀ, ਪਰ ਹੁਣ ਉਹ ਮੁੱਕਰ ਗਏ। ਇਸ ਕਰਕੇ ਜਿਹੜੀਆਂ ਪੰਜਾਬ ਦੀਆਂ 7 ਜਥੇਬੰਦੀਆਂ ਨੇ ਪੱਲੇਦਾਰ ਮਜ਼ਦੂਰ ਯੂਨੀਅਨਾਂ, ਉਹਨਾਂ ਦੇ ਸੱਦੇ ਤਹਿਤ ਕੱਲ੍ਹ ਤੋਂ ਅਸੀਂ 1 ਤਰੀਕ ਤੋਂ ਇੱਥੇ ਹੜਤਾਲ 'ਤੇ ਬੈਠੇ ਹਾਂ। ਅਸੀਂ ਜਦੋਂ ਤੱਕ ਇਹ ਪੰਜਾਬ ਸਰਕਾਰ ਸਾਡੀਆਂ ਮੰਗਾਂ ਨਹੀਂ ਲਾਗੂ ਕਰਦੀ ਉਨੀ ਦੇਰ ਤੱਕ ਅਸੀਂ ਇੱਥੇ ਧਰਨੇ 'ਤੇ ਬੈਠਾਂਗੇ। ਹੋਰ ਵੀ ਜਥੇਬੰਦੀਆਂ ਨੇ ਐਲਾਨ ਕਰਿਆ ਵੀ DC ਦਫ਼ਤਰ ਘੇਰਾਂਗੇ। ਹੋ ਸਕਦਾ ਭਗਵੰਤ ਮਾਨ ਦੀ ਸਾਨੂੰ ਕੋਠੀ ਵੀ ਘੇਰਨੀ ਪਵੇ। ਜੋ ਵੀ ਸਰਕਾਰ ਸਾਡੀਆਂ ਜਥੇਬੰਦੀਆਂ ਐਲਾਨ ਕਰ ਰਹੀਆਂ, 7 ਜਥੇਬੰਦੀਆਂ, ਅਸੀਂ ਉਹਨਾਂ ਦੇ ਪੂਰਾ ਉਤਰਾਂਗੇ ਤੇ ਸੰਘਰਸ਼ ਅਸੀਂ ਜਾਰੀ ਰੱਖਾਂਗੇ ਜਦੋਂ ਤੱਕ ਸਾਡੀ ਇਹ ਮੰਗ ਨਹੀਂ ਮੰਨੀ ਜਾਂਦੀ। ਇਹ ਸੀ ਅਵਤਾਰ ਸਿੰਘ ਭੱਟੀਆਂ। ਕਮਲੂ ਪਾਸਵਾਨ ਜੀ, ਕੀ ਮਸਲੇ ਨੇ, ਕੀ ਬਕਾਇਆ ਕੀ ਰਹਿੰਦਾ ਹੈ? बकाया मैं प्रधान कमलू पासवान लोडिंग अनलोडिंग मजदूर यूनियन खन्ना सातों एजेंसी की जथेबंदियासी एक मुठ होकर पूरे पंजाब में इसके लिए संघर्ष कर रहे हैं, जो कि आगे हमारे साथ वादा कर के सरकार जो भी आते हैं जब आपको ठेकेदारी समाप्त कर देंगे, हमको सरकार बनेगा। जब सरकार बन जाते हैं फिर हम लोग को साथ धोखेबाजी करते हैं। इस करके मैं आपके माध्यम से, पत्रकार भाई माध्यम से, सभी के माध्यम से मैं सरकार तक गल पहुंचाना चाहते हैं कि मेरे साथ क्यों नाजायज़ हो रहा है। बार बार हमारे साथ हर एक 2-4 महीने के बाद हमारे साथ इस तरह के ठेकेदार लेके सरकार बना करके फिर साढ़े नाल धोखा करते हैं। इस करके मैं पीछे भी 3 साल से सानू जेरे चावल के 1 नंबर के पेमेंट था, स्टैक हम लोग किए थे, 24 हाइट पर चढ़े थे, ये पेमेंट अभी तक हम लोग को नहीं मिला है। बाकी मैं सरकार से भी विनती करते हैं, जो आप लोग वादा करते हैं उस पर खरा उतरिए। ये नहीं हम लोग को पूरे पंजाब में जिन 1 लाख से ऊपर मजदूर है, सभी नाले पल्लेदार के साथ धोखा कर रहे हैं। ऐसा नहीं करना चाहिए। हम तो आपसे विनती करते हैं जे ठीक है, APF भी मेरा 2000 से ललन पर 2000 से लेके उन तक APF भी हम लोग को नहीं जमा कराते हैं। सरकार के अकाउंट में खाते पा कर के ठेकेदार अपने
बंदे के, चाय पीने वाले के, चाहे रिश्तेदार के, चाहे कोई ड्राइवर के, चाहे अपने रिश्तेदार के नाम पवा करके साढ़े नाल धोखाबाजी करते हैं। 20 आदमी के नाम पवा करके वो अपना टेंडर बिल पास करा लेते हैं, जो कि 20 आदमी कहीं 20 लाख बोरी चख सकते हैं। ये सरासरी हमारे लिए अन्याय है, हमारे साथ धोखा कर रहे हैं। मैं अफसर साहिबान से भी विनती करते हैं, पूरे पंजाब में पांचों महकमे के, जो आपसे यही विनती है, इस चीज़ का छानबीन करके इंक्वायरी करके हमारे वर्कर के APF चढ़ाया जाए और दिता जाए। इस करके मैं आपसे धन्यवाद बेनती करते हैं कि आप भी थोड़ा सा पत्रकार जी जिस पूरे पंजाब में कि भी जहाँ जहाँ मजदूर है, सरकार जब APF लागू किया है इसको क्यों नहीं चढ़ाते हैं। इस करके मैं आपसे ही विनती करता हूँ कि इस मसला का हल किया जाए और इंक्वायरी किया जाए। जो आप कट्टा 5 रुपये, प्रधान जी ने 10 या 5 रुपये कट्टा ले करके सरेआम चावल के स्टैक का हम लोग को पेमेंट नहीं दे रहे हैं, कितनी जुल्म वाली बात है। ਇਹ ਸੀ ਕਮਲੂ ਪਾਸਵਾਨ ਜੀ ਵੀ ਜਿਹੜਾ ਠੇਕੇਦਾਰ ਵੱਲੋਂ ਅਨਿਆਏ ਕੀਤਾ ਜਾਂਦਾ ਹੈ ਤੇ ਇਹਨਾਂ ਦੀ ਇਹ ਮੰਗ ਆ ਸਰਕਾਰ ਤੋਂ ਤੇ ਵੀ ਸਾਡੀਆਂ ਜਿਹੜੀਆਂ ਮੰਗਾਂ ਲਾਗੂ ਕੀਤੀਆਂ ਤੇ ਸਾਡੇ ਨਾਲ ਲਲਨ ਪਾਸਵਾਨ ਜੀ ਹੋਰ ਕੀ ਮਸਲੇ ਨੇ, ਜੇ ਇਹ ਜਿਹੜਾ ਇਹਨਾਂ ਨੇ ਮੰਗਾਂ ਨਾ ਮੰਨੀਆਂ ਤਾਂ ਅਗਲਾ ਕੀ ਸਟੈਪ ਹੋਊਗਾ ਤੁਹਾਡਾ? अगला स्टेप वही होगा सर, हम लोग गरीब आदमी परदेसी यहाँ हैं और APF के घोटाला है। हमारे प्रधान जी पट्टी साहब को भी कहते आएंगे, APF चढ़ा दिए। हमारे कमलू प्रधान जी जो यूनियन को यहाँ जन्म दिए, लेकिन अभी तक इतने मजदूर बेघर हैं, किराया देने पे आफत पड़ जाता है। हम गवर्नमेंट से यही पंजाब सरकार से चाहते हैं, पूरे जोर लगाए मजदूर, तब आज हमारे भगवंत साहब जी मुख्यमंत्री के पद पर बैठे हुए हैं। हमारे कांग्रेस पार्टी ने काफ़ी ठगी ठोरी किया और हमारे साथ चन्नी साहब ने 1 रुपया 20 पैसा देने के वादा किया मजदूर के साथ, लेकिन आज वो वादा भी मुकर गए चन्नी साहब। लेकिन रही बात सही कि मोदी जी भी बोले थे अच्छे दिन आएंगे, लेकिन आज हमारे मजदूर के साथ कोई अच्छे दिन नहीं दिखाई पड़ रहा। APF घोटाला हो गया मजदूर के साथ, मजदूर मेरे बेघर हो चुके हैं। मैं यही कहता हूं पत्रकार साहब से कि आप अच्छे से अच्छे खबर जो हमारे मजदूर के साथ में बीत रहा है। एक परदेसी आदमी बिहार से आके यहाँ बोरा चकता है, धूप में ऐसे पानी पीने के लिए तड़पता है, ना पानी की व्यवस्था है वेयर हाउस में, ना लेटरिन की व्यवस्था है। कोई जाता है तो उधर जट सब बाहर से मार मार के भगा देता है। कोई चीज़ की व्यवस्था नहीं है साहब जी, उसका व्यवस्था होना चाहिए लेटरिन बाथरूम को। और रही बात मेरे APF को जितने घोटाला है वो APF के बारे में जानकारी दीजिए और जांच करवा के हमारे मजदूर को APF चढ़वाइए। और हम साहब से गुजारिश है कि सर DC रेट में जो देते हैं आप वो बंद करके हमारे काम दे दे, हम काम करने के लिए तैयार हैं। ਇਹ ਸੀ ਲਲਨ ਪਾਸਵਾਨ ਜੀ ਵੀ ਕਹਿੰਦੇ DC ਰੇਟ ਤੇ ਜਿਹੜਾ ਕੰਮ ਆ ਉਹ ਵੀ ਸਾਨੂੰ ਦਿੱਤਾ ਜਾਵੇ ਤੇ ਜਿਹੜੀ EPF ਦਾ ਜਿਹੜਾ ਘਟਾਲਾ ਉਹਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਆ। ਮੈਂ ਪਰਮਜੀਤ ਸਿੰਘ ਧੀਮਾਨ, ਖੰਨਾ ਨਿਊਜ਼ ਲਾਈਵ ਲਈ ਖੰਨਾ ਤੋਂ। ਜਿੰਦਾਬਾਦ ਜਿੰਦਾਬਾਦ।